ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇੰਡਸਟਰੀਅਲ ਬਲੈਕਆਊਟ ਹੋ ਗਿਆ ਕਿ ਅੱਜ ਜਿਹੜੀ ਇੰਡਸਟਰੀ ਆ ਜਿਹੜੀ 24 ਘੰਟੇ ਚੱਲਦੀ ਸੀ ਉਹ ਅੱਜ 72 ਘੰਟੇ ਔਰ 96 ਘੰਟਿਆਂ ਲਈ ਬੰਦ ਕਰ ਦਿੱਤੀ ਹੈ। ਤੇ ਜਿਹੜੀ ਬਿਜਲੀ ਆ ਇੱਕ ਫਰਨਸ ਦੀ ਗੱਲ ਕਰੀਏ, ਇੱਕ ਫੈਕਟਰੀ ਦੀ ਗੱਲ ਕਰੀਏ, ਉਸ ਦਾ ਰॉ ਮਟੀਰੀਅਲ ਆ ਕਿ ਅੱਜ ਇੰਡਸਟਰੀ ਜਿਹੜੀ ਬੰਦ ਪਈ ਆ, ਲੇਬਰ ਘਰਾਂ ਦੇ ਵਿੱਚ ਬੈਠੀ ਆ। ਇਸ ਪੰਜਾਬ ਸਰਕਾਰ ਨੇ ਇੰਡਸਟਰੀ ਤਬਾਹ ਕਰਕੇ ਰੱਖ ਦਿੱਤੀ। ਪਰ ਅੱਜ ਸਾਰੀ ਇੰਡਸਟਰੀ ਬੰਦ ਹੋਣ ਦੇ ਕਾਰਨ ਸਾਰਾ ਚੱਕਾ ਇੰਡਸਟਰੀ ਦਾ ਜਾਮ ਹੋ ਗਿਆ। ਜਿਹੜੇ ਐਕਸਪੋਰਟ ਦੇ ਆਰਡਰਸ ਆ ਉਹ ਕੈਂਸਲ ਹੋ ਗਏ ਆ। 5-5 ਦਿਨ ਇੰਡਸਟਰੀ ਬੰਦ ਕਰਕੇ ਇਸ ਸਰਕਾਰ ਨੇ ਜਿਹੜੀ ਇੰਡਸਟਰੀ ਦੀ ਕਮਰ ਤੋੜ ਦਿੱਤੀ ਆ ਕਿ ਇੰਡਸਟਰੀ ਲਗਾਉਣਾ ਇੱਕ ਬਹੁਤ ਵੱਡਾ ਗੁਨਾਹ ਵਾ, ਜੋ ਇਸ ਸਰਕਾਰ ਨੇ ਸਾਬਤ ਕਰਤਾ। ਜਿਹੜੀ ਇੰਡਸਟਰੀ ਸਰਕਾਰ ਨੂੰ ਰੈਵਨਿਊ ਦਿੰਦੀ ਸੀ, ਸਰਕਾਰ ਇਹ ਨਾ ਸੋਚੇ ਕਿ ਮੈਂ ਇੰਡਸਟਰੀ ਬੰਦ ਕਰਕੇ ਸ਼ਾਇਦ ਮੈਂ ਬਹੁਤ ਵੱਡਾ ਕੋਈ ਮਾਰਕਾ ਮਾਰ ਲਿਆ। ਸਰਕਾਰ ਦਾ ਰੈਵਨਿਊ ਵੀ ਬਹੁਤ ਲਾਸ ਹੋਇਆ। CGST, GST, IGST ਜਿਹੜੇ ਡਿਫਰੈਂਟ ਟੈਕਸਿਸ ਆ ਉਹ ਸਾਰੇ ਸਰਕਾਰ ਦੇ ਵੀ ਲੂਜ਼ ਹੋ ਰਹੇ। ਅਗਰ ਇੰਡਸਟਰੀ ਚੱਲੇਗੀ ਤਾਂ ਹੀ ਟ੍ਰੇਡ ਚੱਲੇਗਾ। ਮੈਂ ਤਾਂ ਇਹ ਗੱਲ ਕਹਿਣਾ ਕਿ ਸਰਕਾਰ ਨੇ ਦੋਨਾਂ ਦਾ ਪੱਠਾ ਬਹਾ ਕੇ ਰੱਖਤਾ। ਅੱਜ ਬਿਲਕੁਲ ਇੰਡਸਟਰੀ ਤਬਾਹ ਹੋ ਗਈ ਆ। ਸਾਰੇ ਇੰਡਸਟਰੀਅਲਿਸਟ ਘਰਾਂ 'ਚ ਬੈਠੇ ਆ ਤੇ ਪਰ ਅੱਜ ਸਰਕਾਰ ਨੇ ਬਿਜਲੀ ਦੇ ਪ੍ਰਬੰਧ ਹੀ ਨਹੀਂ ਕੀਤੇ। ਰੋਪੜ ਥਰਮਲ ਪਲਾਂਟ ਦੀ ਗੱਲ ਕਰੀਏ, ਬਠਿੰਡਾ ਥਰਮਲ ਪਲਾਂਟ ਦੀ ਗੱਲ ਕਰੀਏ, ਗੋਇੰਦਵਾਲ ਸਾਹਿਬ ਪਲਾਂਟ ਦੀ ਗੱਲ ਕਰੀਏ, ਸਾਰੇ ਪਲਾਂਟ ਬੰਦ ਆ। ਅਸੀਂ ਤਾਂ ਸਰਕਾਰ ਨੂੰ ਕਿਹਾ ਸੀ ਕੱਟ ਲਾਉਣੇ ਬੰਦ ਕਰੋ, ਬਿਜਲੀ ਦਾ ਪ੍ਰਬੰਧ ਕਰੋ। ਇੰਡਸਟਰੀ ਆ ਉਹ ਬਹੁਤ ਵੱਡੀ ਪਰੇਸ਼ਾਨੀ ਸਹਿਣ ਕਰ ਰਹੀ ਆ। ਬਿਜਲੀ ਤੋਂ ਬਗੈਰ ਇੰਡਸਟਰੀ ਦਾ ਚੱਲਣਾ ਸੰਭਵ ਨਹੀਂ ਹੈਗਾ ਕਿ ਤੁਸੀਂ ਕੰਟੀਨਿਊਸ ਪ੍ਰੋਸੈਸ ਲੈ ਲਓ, 10 ਪੈਸੇ ਯੂਨਿਟ ਜ਼ਿਆਦਾ ਦੇ ਦਿਓ, ਪਰ ਉਹਨਾਂ ਨੂੰ ਵੀ ਬਿਜਲੀ ਨਹੀਂ ਦਿੱਤੀ। ਔਰ ਸਰਕਾਰ ਇਹ ਕਹਿ ਰਹੀ ਆ ਕਿ ਤੁਸੀਂ 5 ਰੁਪਏ ਯੂਨਿਟ ਅਸੀਂ ਤੁਹਾਨੂੰ ਬਿਜਲੀ ਦੇਵਾਂਗੇ। ਪਰ ਅੱਜ ਮੈਂ ਗੱਲ ਸਰਕਾਰ ਨੂੰ ਪੁੱਛਣਾ ਚਾਹੁੰਦਾ, ਇੱਕ ਵੀ ਯੂਨਿਟ ਦਿਖਾ ਦਿਓ ਜਿਹਨੂੰ ਤੁਸੀਂ 5 ਰੁਪਏ ਯੂਨਿਟ ਦੇ ਰਹੇ ਹੋਵਾਂ। ਛੋਟੀ ਇੰਡਸਟਰੀ ਨੂੰ ਤਾਂ ਜਿਹੜੀ ਇਹ ਬਿਜਲੀ ਆ ਤਕਰੀਬਨ 12 ਰੁਪਏ ਕੋਸਟ ਕਰ ਰਹੀ ਆ ਔਰ ਵੱਡੀ ਇੰਡਸਟਰੀ ਨੂੰ ਇਹ ਬਿਜਲੀ 8 ਰੁਪਏ ਤੋਂ 9 ਰੁਪਏ ਕਰ ਰਹੀ ਆ। ਸਰਕਾਰ ਨੇ ਇੱਕ ਹੋਰ ਜਿਹੜਾ ਗਲਤ ਕੰਮ ਕੀਤਾ ਕਿ ਸਾਡੇ ਉੱਤੇ 2-ਵੇ ਟੈਰਿਫ ਲਗਾਤਾ ਔਰ ਜੁਰਮਾਨਾ ਇੰਨਾ ਵਧਾਤਾ। ਜਿਹੜਾ ਜੁਰਮਾਨਾ ਪਹਿਲਾਂ 100 ਰੁਪਏ ਪਰ KVA ਸੀਗਾ, ਅੱਧਾ ਘੰਟਾ ਫੈਕਟਰੀ ਚੱਲ ਗਈ 100 ਤਾਂ ਸਾਨੂੰ 10,000 ਰੁਪਏ ਜੁਰਮਾਨਾ ਹੋਏਗਾ। ਪਰ ਇਸ ਸਰਕਾਰ ਨੇ ਜੁਰਮਾਨਾ ਵਧਾ ਕੇ 50,000 ਰੁਪਈਆ ਕਰਤਾ। ਮਤਲਬ ਸਰਕਾਰ ਦਾ ਸਿਰਫ ਇੱਕੋ ਹੀ ਮੋਟਿਵ ਆ ਕਿ ਇੰਡਸਟਰੀ ਨੂੰ ਕਿਵੇਂ ਲੁੱਟਿਆ ਜਾਵੇ ਔਰ ਇੰਡਸਟਰੀ ਨੂੰ ਕਿਵੇਂ ਕੁੱਟਿਆ ਜਾਵੇ। ਜਿਹੜੀ ਬਿਜਲੀ ਵਾਪਸ ਲੈ ਲਈ, ਇਹ ਸਰਕਾਰ ਨੇ ਇੰਡਸਟਰੀ ਦੀ ਜਾਨ ਕੱਢਤੀ। ਕਦੇ ਸੁਣਿਆ ਸੀ 24 ਘੰਟੇ ਦਾ ਕੱਟ, ਚਲੋ 48 ਘੰਟੇ ਦਾ ਕੱਟ, 72 ਘੰਟੇ ਦਾ ਕੱਟ, 96 ਘੰਟੇ ਦਾ ਕੱਟ, ਔਰ ਜਿਹੜਾ 5ਵਾਂ ਦਿਨ ਆ ਰਿਹਾ ਵਾ ਉਹ ਐਤਵਾਰ ਆ ਰਿਹਾ ਵਾ। ਸੋਮਵਾਰ ਔਰ ਮੰਗਲਵਾਰ ਬਿਜਲੀ ਦਿੱਤੀ ਹੈ, ਬਾਕੀ ਸਾਰਾ ਹਫਤਾ ਬਿਜਲੀ ਸਾਨੂੰ ਨਹੀਂ ਮਿਲੀ ਹੈਗੀ। ਛੋਟੀ ਇੰਡਸਟਰੀ ਤੋਂ ਬਗੈਰ ਵੱਡੀ ਇੰਡਸਟਰੀ ਨਹੀਂ ਚੱਲ ਸਕਦੀ, ਵੱਡੀ ਇੰਡਸਟਰੀ ਤੋਂ ਬਗੈਰ ਛੋਟੀ ਇੰਡਸਟਰੀ ਨਹੀਂ ਚੱਲ ਸਕਦੀ। ਪਰ ਅੱਜ ਜਨਰੇਟਰ ਤੇ ਜਿਹੜੀ ਫੈਕਟਰੀ ਚਲਾਉਣੀ ਅੱਜ 92 ਰੁਪਏ ਲੀਟਰ ਦਾ ਡੀਜ਼ਲ ਲੈ ਕੇ 28 ਰੁਪਏ ਯੂਨਿਟ ਕੋਸਟ ਕਰਦਾ ਵਾ ਜਨਰੇਟਰ ਦੇ ਉੱਤੇ, ਵਿਚ ਇਜ਼ ਨਾਟ ਪੋਸੀਬਲ। ਅੱਜ ਡੀਜ਼ਲ ਔਰ ਪੈਟਰੋਲ 92 ਰੁਪਏ ਲੀਟਰ ਅੱਜ ਡੀਜ਼ਲ ਮਤਲਬ ਪੰਜਾਬ ਦੇ ਵਿੱਚ ਹੋਇਆ ਪਿਆ ਵਾ। ਕਰੋਨਾ ਦੇ ਵਿੱਚ ਜੋ ਹਾਲ ਇੰਡਸਟਰੀ ਦਾ ਹੋਇਆ ਵਾ, ਅਜੇ ਕਰੋਨਾ ਦੇ ਵਿੱਚ ਉਹ ਉੱਭਰਨ ਲੱਗੇ ਸੀ। ਅਜੇ 4-5 ਦਿਨ ਬਾਅਦ ਹੀ ਇੰਡਸਟਰੀ ਖੁੱਲੀ ਸੀ ਕਿ ਇਹ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਨੇ ਇੰਡਸਟਰੀ ਨੂੰ ਤਬਾਹ ਕਰਕੇ ਰੱਖ ਦਿੱਤਾ। ਸਰਕਾਰ ਨੇ 42 ਕਰੋੜ ਰੁਪਈਆ ਖਰਚ ਕੇ ਜਿਹੜੀ ਲੁਧਿਆਣਾ ਪੰਜਾਬ ਦੇ ਵਿੱਚੋਂ ਜਿਹੜੀ ਲੇਬਰ ਸੀਗੀ ਉਹ UP, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਦੇ ਵਿੱਚ ਭੇਜਤੀ। ਅੱਜ ਉਹ ਪੈਸੇ ਇੰਡਸਟਰੀਅਲਿਸਟ ਖਰਚ ਰਿਹਾ ਵਾ, ਉੱਥੇ ਬੱਸਾਂ ਭੇਜ ਰਿਹਾ ਵਾ ਕਿਉਂਕਿ ਲੇਬਰ ਕਹਿੰਦੀ ਹੈ ਸਾਨੂੰ ਇੱਥੋਂ ਵਹੀਕਲ ਨਹੀਂ ਮਿਲਦਾ। ਪਰ ਲੇਬਰ ਮੰਗਾਉਣ ਦਾ ਹੁਣ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਬਿਜਲੀ ਦੇ ਕੱਟ ਇੰਨੇ ਲੱਗ ਰਹੇ ਆ। ਲੇਬਰ ਤਾਂ ਵਿਹਲੀ ਬੈਠੀ ਹੈ ਜਿਹੜੀ ਇਸ ਵੇਲੇ ਬਲੈਕ ਆਊਟ ਇਹਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਲੁਧਿਆਣੇ ਦਾ 18 ਲੱਖ ਮਜ਼ਦੂਰ ਆ ਉਹ ਸੜਕਾਂ 'ਤੇ ਆਊਗਾ। ਅੱਜ ਮਜ਼ਦੂਰ ਕੰਮ ਨਹੀਂ ਕਰ ਰਹੇ, ਉਹਨੂੰ ਪੈਸੇ ਕਿੱਥੋਂ ਦੇਊਗੀ ਇੰਡਸਟਰੀ? ਉੱਥੇ ਸਾਡਾ ਜਿਹੜਾ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਆ ਉਹ ਸਿਰਫ ਹਫ਼ਤੇ 'ਚ 1 ਦਿਨ ਆਫਿਸ ਬਹਿੰਦੇ ਆ। ਇੱਕ ਪਾਸੇ ਕਹਿ ਰਹੇ ਅਸੀਂ ਕਿਸਾਨੀ ਨੂੰ ਬਿਜਲੀ ਦੇ ਰਹੇ ਹਾਂ, ਤੁਸੀਂ ਜਾ ਕੇ ਕਿਸਾਨਾਂ ਨੂੰ ਪੁੱਛੋ, ਕਿਸਾਨੀ ਨੂੰ ਵੀ ਬਿਜਲੀ ਪੂਰੀ 8 ਘੰਟੇ ਨਹੀਂ ਮਿਲ ਰਹੀ। ਪਰ ਇਸ ਸਰਕਾਰ ਨੇ ਹੁਣ ਨਵਾਂ ਫਰਮਾਨ ਜਾਰੀ ਕਰਕੇ
1 ਸਾਲ ਦਾ ਬਿੱਲ ਉਹਦੇ ਉੱਤੇ ਪੈਨਲਟੀ ਲਗਾਤੀ। ਇਹਨਾਂ ਨੇ ਪ੍ਰਬੰਧ ਹੀ ਨਹੀਂ ਕੀਤੇ, ਦੂਜੇ ਸੂਬਿਆਂ ਤੋਂ ਬਿਜਲੀ ਲਈ ਨਹੀਂ ਬਲਕਿ ਦੂਜੇ ਸੂਬਿਆਂ ਨੂੰ ਬਿਜਲੀ ਵੇਚਤੀ। ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿਤੇ ਇਹ ਨਾ ਕਹਿ ਦੇਵੇ ਕਿ ਕਾਂਗਰਸੀਆਂ ਨੂੰ ਬਿਜਲੀ ਦਿੱਤੀ ਜਾਊਗੀ, ਜਿਹੜੇ ਅਕਾਲੀ ਜਾਂ ਦੂਜੀਆਂ ਪਾਰਟੀ ਦੇ ਉਹਨਾਂ ਨੂੰ ਬਿਜਲੀ ਨਹੀਂ ਦਿੱਤੀ ਜਾਊ। ਪੰਜਾਬ ਦੀ ਜਿਹੜੀ ਤਰੱਕੀ ਆ, ਗਰੋਥ ਆ, ਉਹ ਰੁਕੀ ਪਈ ਆ ਔਰ ਪੰਜਾਬ ਇਸ ਵਾਰ ਦਾ ਜਿਹੜਾ ਬਿਜਲੀ ਦਾ ਸੰਕਟ ਕਰਕੇ ਘੱਟੋ ਘੱਟ 20 ਸਾਲ ਪਿੱਛੇ ਚਲਿਆ ਗਿਆ। ਲੇਕਿਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਬਿਜਲੀ ਦੇਣ ਦੇ ਵਿੱਚ। ਪਰ ਇਹ ਸਰਕਾਰ ਨੇ ਤਾਂ ਬਿਜਲੀ ਫ੍ਰੀ ਤਾਂ ਕੀ ਦੇਣੀ ਸੀਗੀ, ਪੈਸਿਆਂ ਦੀ ਬਿਜਲੀ ਵੀ ਨਹੀਂ ਦਿੱਤੀ ਹੈਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ। ਗਰਮੀਆਂ ਦੇ ਮੌਸਮ ਦੇ ਵਿੱਚ ਬਿਜਲੀ ਦਾ ਸੰਕਟ ਇੱਕ ਵਾਰ ਫਿਰ ਤੋਂ ਪੈਦਾ ਹੋ ਗਿਆ ਹੈ। ਜੀ ਹਾਂ, ਫਿਰ ਤੋਂ ਜੋ ਇਸ ਦਾ ਅਸਰ ਹੈ ਉਹ ਇੰਡਸਟਰੀ ਤੇ ਪੈ ਰਿਹਾ ਹੈ। ਬਿਜਲੀ ਦੇ ਕੱਟ ਲੱਗ ਰਹੇ ਹਨ, ਆਮ ਜਨਤਾ ਤਾਂ ਪਰੇਸ਼ਾਨ ਹੈ ਹੀ, ਉਹਨਾਂ ਨੂੰ ਬਿਜਲੀ ਦੇ ਕੱਟ ਜੋ ਸਹਿਣੇ ਪੈ ਰਹੇ ਨੇ ਉਸ ਦੇ ਨਾਲ ਜੋ ਇੰਡਸਟਰੀ ਹੈ ਪੰਜਾਬ ਦੀ, ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ, ਉਸ 'ਤੇ ਵੀ ਖਾਸਾ ਅਸਰ ਪੈ ਰਿਹਾ ਹੈ। ਤੇ ਅੱਜ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਇੰਡਸਟਰੀਅਲਿਸਟ, ਦਾ ਪ੍ਰੈਜ਼ੀਡੈਂਟ ਆਫ ਫਿਕੋ, ਸਰਦਾਰ ਗੁਰਮੀਤ ਸਿੰਘ ਕੁਲਾਰ ਜੀ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਬਿਜਲੀ ਦਾ ਸੰਕਟ ਜੋ ਹੈ ਗਰਮਾਇਆ ਹੋਇਆ ਹੈ, ਉਸ ਦਾ ਇੰਡਸਟਰੀ 'ਤੇ ਕੀ ਅਸਰ ਪੈ ਰਿਹਾ ਹੈ। ਸਤਿ ਸ਼੍ਰੀ ਅਕਾਲ ਸਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਹੜਾ ਬਿਜਲੀ ਦਾ ਸੰਕਟ ਆ ਇਹ ਤਕਰੀਬਨ 17 ਸਾਲ ਬਾਅਦ ਦੁਬਾਰਾ ਆਇਆ। ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇੰਡਸਟਰੀਅਲ ਬਲੈਕਆਊਟ ਹੋ ਗਿਆ ਕਿ ਅੱਜ ਜਿਹੜੀ ਇੰਡਸਟਰੀ ਆ ਜਿਹੜੀ 24 ਘੰਟੇ ਚੱਲਦੀ ਸੀ ਉਹ ਅੱਜ 72 ਘੰਟੇ ਔਰ 96 ਘੰਟਿਆਂ ਲਈ ਬੰਦ ਕਰ ਦਿੱਤੀ ਹੈ। ਔਰ ਜਿਹਦਾ ਬਹੁਤ ਵੱਡਾ ਅਸਰ ਪੈ ਰਿਹਾ ਕਿਉਂਕਿ ਜਿਹੜਾ ਸਾਡਾ ਪੰਜਾਬ ਆ ਇਹ ਲੈਂਡ ਲੌਕਡ ਸਟੇਟ ਆ ਅਤੇ ਰਾ ਮਟੀਰੀਅਲ ਬਾਹਰੋਂ ਆਉਂਦਾ ਅਤੇ ਪੱਕਾ ਫਿਨਿਸ਼ਡ ਗੁੱਡਸ ਬਣ ਕੇ ਬਾਹਰ ਜਾਂਦੇ ਆ ਅਤੇ ਸਾਡੇ ਇੱਥੇ ਜਿਹੜੀ ਮੈਨੂਫੈਕਚਰਿੰਗ ਬਹੁਤ ਘੱਟ ਆ। ਅਤੇ ਜਿਹੜੀ ਬਿਜਲੀ ਆ, ਇੱਕ ਫਰਨਸ ਦੀ ਗੱਲ ਕਰੀਏ, ਇੱਕ ਫੈਕਟਰੀ ਦੀ ਗੱਲ ਕਰੀਏ, ਉਸ ਦਾ ਰਾ ਮਟੀਰੀਅਲ ਆ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 17 ਸਾਲ ਬਾਅਦ ਪੰਜਾਬ ਦੇ ਵਿੱਚ ਜਿਹੜਾ ਬਲੈਕਆਊਟ ਹੋਇਆ ਵਾ ਕਿ ਅੱਜ ਇੰਡਸਟਰੀ ਜਿਹੜੀ ਬੰਦ ਪਈ ਆ, ਲੇਬਰ ਘਰਾਂ ਦੇ ਵਿੱਚ ਬੈਠੀ ਆ ਅਤੇ ਜਿਹਦਾ ਬਹੁਤ ਵੱਡਾ ਅਸਰ ਜਿਹੜਾ ਵਾ ਉਹ ਇੰਡਸਟਰੀ ਦੇ ਉੱਤੇ ਪੈ ਗਿਆ ਕਿ ਕਦੇ ਕਹਿੰਦੇ ਹੁੰਦੇ ਸੀ ਕਿ ਇੰਡਸਟਰੀ ਤਬਾਹ ਹੋ ਜਾਊਗੀ, ਪਰ ਨਹੀਂ, ਇਸ ਪੰਜਾਬ ਸਰਕਾਰ ਨੇ ਇੰਡਸਟਰੀ ਤਬਾਹ ਕਰਕੇ ਰੱਖ ਦਿੱਤੀ। ਜਿਵੇਂ ਕਿ ਸਰ ਅਸੀਂ ਗੱਲ ਕਰੀਏ, ਪਹਿਲਾਂ ਕੋਰੋਨਾ ਕਾਲ ਦੇ ਵਿੱਚ ਕਿੰਨਾ ਕੁਝ ਦਿੱਕਤਾਂ ਸਹਿਣੀਆਂ ਪਈਆਂ ਸੀ ਇੰਡਸਟਰੀ ਨੂੰ, ਅਤੇ ਹੁਣ ਉਸ ਦੇ ਨਾਲ ਕੋਰੋਨਾ ਹਜੇ ਵੀ ਹੈ, ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਭਾਵੇਂ ਕੇਸ ਘੱਟ ਗਏ ਨੇ, ਹੁਣੇ ਲੋਕਡਾਊਨ ਵੀ ਖੁੱਲ੍ਹ ਗਿਆ ਹੈ, ਕਰਫਿਊ ਵੀ, ਅਤੇ ਉਸ ਦੇ ਨਾਲ ਹੁਣ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ। ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਹੈ ਕਹਿ ਲਈਏ ਅਸੀਂ ਇੱਕ ਤਰ੍ਹਾਂ। ਅਤੇ ਕੀ ਮਤਲਬ ਖਾਸ ਕੀ ਅਸਰ ਹੈ ਇੰਡਸਟਰੀ 'ਤੇ? ਇੰਡਸਟਰੀ 'ਤੇ ਅਸਰ ਤਾਂ ਮੈਂ ਇਹ ਗੱਲ ਕਹਿਣਾ ਵਾ ਕਿ ਜਿਹੜਾ ਇਹ ਅਗਰ ਲੁਧਿਆਣੇ ਦੀ ਗੱਲ ਕਰੀਏ, ਮੈਨਚੈਸਟਰ ਆਫ ਇੰਡੀਆ ਵਾ ਅਤੇ ਫਾਈਨੈਂਸ਼ੀਅਲ ਹੱਬ ਆਫ ਪੰਜਾਬ ਆ, ਪਰ ਅੱਜ ਸਾਰੀ ਇੰਡਸਟਰੀ ਬੰਦ ਹੋਣ ਦੇ ਕਾਰਨ ਸਾਰਾ ਚੱਕਾ ਇੰਡਸਟਰੀ ਦਾ ਜਾਮ ਹੋ ਗਿਆ। ਜਿਹੜੇ ਐਕਸਪੋਰਟ ਦੇ ਆਰਡਰਸ ਆ ਉਹ ਕੈਂਸਲ ਹੋ ਗਏ ਆ। ਅੱਜ ਜਿਹੜੀ ਐਕਸਪੋਰਟਸ ਆ, ਕਿਉਂਕਿ ਅਗਰ ਗਾਰਮੈਂਟ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਸਟੋਰਸ ਆ ਜਿੱਥੇ ਮਟੀਰੀਅਲ ਡਿਲੀਵਰ ਹੋਣਾ ਵਾ ਉਹ ਸਟਿਪੂਲੇਟਡ ਪੀਰੀਅਡ ਆ, ਉਹਦੇ ਵਿੱਚ ਸਮਾਂ ਜਿਹੜਾ ਉਹਨਾਂ ਨੇ ਨਿਸ਼ਚਿਤ ਕੀਤਾ ਹੋਇਆ। ਪਰ ਅੱਜ 5-5 ਦਿਨ ਇੰਡਸਟਰੀ ਬੰਦ ਕਰਕੇ ਇਸ ਸਰਕਾਰ ਨੇ ਜਿਹੜੀ ਇੰਡਸਟਰੀ ਦੀ ਕਮਰ ਤੋੜ ਦਿੱਤੀ ਆ। ਅਤੇ ਅੱਜ ਜਿਹੜੀ ਇੰਡਸਟਰੀ ਆ ਉਹ ਇੰਡਸਟਰੀਅਲਿਸਟ ਨੂੰ ਇਹ ਬਹੁਤ ਮਹਿਸੂਸ ਹੋਣ ਲੱਗ ਪਿਆ ਕਿ ਇੰਡਸਟਰੀ ਲਗਾਉਣਾ ਇੱਕ ਬਹੁਤ ਵੱਡਾ ਗੁਨਾਹ ਵਾ, ਜੋ ਇਸ ਸਰਕਾਰ ਨੇ ਸਾਬਤ ਕਰਤਾ। ਕਿਉਂਕਿ ਅੱਜ ਟੋਟਲ ਇੰਡਸਟਰੀ ਬੰਦ ਪਈ ਆ। ਜਿਹੜੀ ਇੰਡਸਟਰੀ ਸਰਕਾਰ ਨੂੰ ਰੈਵਨਿਊ ਦਿੰਦੀ ਸੀ, ਸਰਕਾਰ ਇਹ ਨਾ ਸੋਚੇ ਕਿ ਮੈਂ ਇੰਡਸਟਰੀ ਬੰਦ ਕਰਕੇ ਸ਼ਾਇਦ ਮੈਂ ਬਹੁਤ ਵੱਡਾ ਕੋਈ ਮਾਰਕਾ ਮਾਰ ਲਿਆ। ਸਰਕਾਰ ਦਾ ਰੈਵਨਿਊ ਵੀ ਬਹੁਤ ਲਾਸ ਹੋਇਆ। CGST, GST, IGST, ਜਿਹੜੇ ਡਿਫਰੈਂਟ ਟੈਕਸਿਸ ਆ ਉਹ ਸਾਰੇ ਸਰਕਾਰ ਦੇ ਵੀ ਲੂਜ਼ ਹੋ ਰਹੇ ਆ। ਅਗਰ ਇੰਡਸਟਰੀ ਚੱਲੇਗੀ ਤਾਂ ਹੀ ਟ੍ਰੇਡ ਚੱਲੇਗਾ, ਜੇ ਟ੍ਰੇਡ ਚੱਲੇਗਾ ਤਾਂ ਹੀ ਇੰਡਸਟਰੀ ਚੱਲੇਗੀ। ਅੱਜ ਦੋਨੋਂ, ਮੈਂ ਤਾਂ ਇਹ ਗੱਲ ਕਹਿਣਾ ਕਿ ਸਰਕਾਰ ਨੇ ਦੋਨਾਂ ਦਾ ਪੱਠਾ ਬਹਾ ਕੇ ਰੱਖਤਾ। ਅੱਜ ਬਿਲਕੁਲ ਇੰਡਸਟਰੀ ਤਬਾਹ ਹੋ ਗਈ ਆ। ਸਾਰੇ ਇੰਡਸਟਰੀਅਲਿਸਟ ਘਰਾਂ 'ਚ ਬੈਠੇ ਆ ਕਿਉਂਕਿ ਜਦੋਂ ਇੰਡਸਟਰੀ ਨਹੀਂ ਚੱਲਣੀ ਤਾਂ ਅਸੀਂ ਕਰਨਾ ਕੀ ਆ। ਇੱਕ ਬਿਜਲੀ ਐਸੀ ਚੀਜ਼ ਸੀਗੀ ਜਿਹੜਾ ਸਾਡਾ ਰॉ ਮਟੀਰੀਅਲ ਆ, ਔਰ ਜਿਹੜਾ ਪੰਜਾਬ ਆ ਉਹ ਹਾਈਡਰੋ ਪਾਵਰ ਸਟੇਟ ਆ। ਇੱਥੇ ਤਾਂ ਬਿਜਲੀ ਦੀ ਕੋਸਟ ਵੀ ਜਿਹੜੀ ਆ ਉਹ ਬੜੀ ਘੱਟ ਪੈਂਦੀ ਆ, 2 ਰੁਪਏ ਤੋਂ ਘੱਟ ਸਾਨੂੰ ਹਾਈਡਰੋ ਪਾਵਰ ਕੋਸਟ ਕਰਦੀ ਆ। ਅਤੇ ਪਰ ਅੱਜ ਸਰਕਾਰ ਨੇ ਬਿਜਲੀ ਦੇ ਪ੍ਰਬੰਧ ਹੀ ਨਹੀਂ ਕੀਤੇ। ਰੋਪੜ ਥਰਮਲ ਪਲਾਂਟ ਦੀ ਗੱਲ ਕਰੀਏ, ਬਠਿੰਡਾ ਥਰਮਲ ਪਲਾਂਟ ਦੀ ਗੱਲ ਕਰੀਏ, ਗੋਇੰਦਵਾਲ ਸਾਹਿਬ ਪਲਾਂਟ ਦੀ ਗੱਲ ਕਰੀਏ, ਸਾਰੇ ਪਲਾਂਟ ਬੰਦ ਆ। ਅੱਜ ਉਹ ਬੰਦ ਆ, ਉਹਦਾ ਖਮਿਆਜਾ ਇੰਡਸਟਰੀ ਭੋਗ ਰਹੀ ਆ ਕਿਉਂਕਿ ਸਰਕਾਰ ਨੇ ਪੁਖਤਾ ਪ੍ਰਬੰਧ ਹੀ ਨਹੀਂ ਕੀਤੇ।
ਅਸੀਂ ਤਾਂ ਸਰਕਾਰ ਨੂੰ ਇੱਕੋ ਗੱਲ ਕਹੀ ਸੀ ਅੱਜ ਤੋਂ 1 ਮਹੀਨਾ ਪਹਿਲਾਂ ਕਿ ਕਿਉਂਕਿ ਕੱਟ 1 ਮਹੀਨਾ ਪਹਿਲਾਂ ਲੱਗਣੇ ਸ਼ੁਰੂ ਹੋ ਗਏ ਸੀ। ਅਸੀਂ ਤਾਂ ਸਰਕਾਰ ਨੂੰ ਕਿਹਾ ਸੀ ਕੱਟ ਲਾਉਣੇ ਬੰਦ ਕਰੋ, ਬਿਜਲੀ ਦਾ ਪ੍ਰਬੰਧ ਕਰੋ। ਪਹਿਲਾਂ ਪ੍ਰਬੰਧ ਕੀਤੇ ਹੀ ਸੀ, ਜਿਹੜੀਆਂ ਪਿਛਲੀ ਸਰਕਾਰ ਸੀਗੀ ਸਾਨੂੰ ਭੁੱਲ ਗਿਆ ਸੀਗਾ ਜਨਰੇਟਰ ਔਰ ਇਨਵਰਟਰ। ਅੱਜ ਜਿਹੜੀ ਪੰਜਾਬ ਦੇ ਵਿੱਚ 2 ਇੰਡਸਟਰੀਆਂ ਡੁੱਬ ਗਈਆਂ ਸੀ, ਇੱਕ ਜਨਰੇਟਰ ਜਿਹੜੇ ਇੰਡਸਟਰੀ ਸੀ ਔਰ ਇੱਕ ਇਨਵਰਟਰ ਇੰਡਸਟਰੀ ਸੀ, ਪਰ ਇਸ ਸਰਕਾਰ ਨੇ ਇਹ ਦੋਨੋਂ ਇੰਡਸਟਰੀਆਂ ਜਿਉਂਦਾ ਕਰਤੀਆਂ। ਅੱਜ ਦੋਨਾਂ ਇੰਡਸਟਰੀਆਂ ਕੋਲੇ ਪੂਰੀ ਭਰਮਾਰ ਆ, ਪਰ ਅੱਜ ਜਿਹੜੀ ਇੰਡਸਟਰੀ ਆ ਉਹ ਬਹੁਤ ਵੱਡੀ ਪਰੇਸ਼ਾਨੀ ਸਹਿਣ ਕਰ ਰਹੀ ਆ। ਜਿਹੜੀ ਬਿਜਲੀ ਆ, ਬਿਜਲੀ ਤੋਂ ਬਗੈਰ ਇੰਡਸਟਰੀ ਦਾ ਚੱਲਣਾ ਸੰਭਵ ਨਹੀਂ ਹੈਗਾ। ਸਰਕਾਰ ਨੇ 5 ਕੈਟਾਗਰੀਆਂ ਬਣਾਈਆਂ, ਕੈਟਾਗਰੀ 1, ਕੈਟਾਗਰੀ 2, ਕੈਟਾਗਰੀ 3, ਕੈਟਾਗਰੀ 4, ਕੈਟਾਗਰੀ 5, ਸਿਰਫ ਪੈਸਾ ਕਮਾਉਣ ਦੀ ਖਾਤਰ ਕਿ ਤੁਸੀਂ ਕੰਟੀਨਿਊਸ ਪ੍ਰੋਸੈਸ ਲੈ ਲਓ, 10 ਪੈਸੇ ਯੂਨਿਟ ਜ਼ਿਆਦਾ ਦੇ ਦਿਓ। ਪਰ ਉਹਨਾਂ ਨੂੰ ਵੀ ਬਿਜਲੀ ਨਹੀਂ ਦਿੱਤੀ ਔਰ ਸਰਕਾਰ ਇਹ ਕਹਿ ਰਹੀ ਆ ਕਿ ਤੁਸੀਂ 5 ਰੁਪਏ ਯੂਨਿਟ ਅਸੀਂ ਤੁਹਾਨੂੰ ਬਿਜਲੀ ਦੇਵਾਂਗੇ। ਪਰ ਅੱਜ ਮੈਂ ਗੱਲ ਸਰਕਾਰ ਨੂੰ ਪੁੱਛਣਾ ਚਾਹੁੰਦਾ, ਇੱਕ ਵੀ ਯੂਨਿਟ ਦਿਖਾ ਦਿਓ ਜਿਹਨੂੰ ਤੁਸੀਂ 5 ਰੁਪਏ ਯੂਨਿਟ ਦੇ ਰਹੇ ਹੋਵੋ। ਛੋਟੀ ਇੰਡਸਟਰੀ ਨੂੰ ਤਾਂ ਜਿਹੜੀ ਇਹ ਬਿਜਲੀ ਆ ਤਕਰੀਬਨ 12 ਰੁਪਏ ਕੋਸਟ ਕਰ ਰਹੀ ਆ ਔਰ ਵੱਡੀ ਇੰਡਸਟਰੀ ਨੂੰ ਇਹ ਬਿਜਲੀ 8 ਰੁਪਏ ਤੋਂ 9 ਰੁਪਏ ਕਰ ਰਹੀ ਆ, ਜਿਹੜੀ ਕੋਸਟ ਕਰ ਰਹੀ ਆ। ਸਰਕਾਰ ਨੇ ਇੱਕ ਹੋਰ ਜਿਹੜਾ ਗਲਤ ਕੰਮ ਕੀਤਾ ਕਿ ਸਾਡੇ ਉੱਤੇ 2-ਵੇ ਟੈਰਿਫ ਲਗਾਤਾ। 2-ਵੇ ਟੈਰਿਫ ਲਗਾਉਣ ਦੇ ਨਾਲ ਸਾਡੇ ਕੋਲੋਂ ਇੱਕ ਤਾਂ ਬਿਜਲੀ ਦਾ ਜਿੰਨੀ ਕੰਜ਼ੰਪਸ਼ਨ ਆ ਉਹਦੇ ਪੈਸੇ ਲਏ ਜਾਂਦੇ ਆ ਨੇ, ਇੱਕ ਫਿਕਸ ਚਾਰਜਸ ਲਏ ਜਾਂਦੇ ਆ। ਕਦੇ ਮਿਨੀਮਮ ਚਾਰਜਸ ਹੁੰਦੇ ਸੀ, ਉਹ ਟੋਟਲ ਬਿੱਲ 'ਚੋਂ ਲੈਸ ਹੋ ਜਾਂਦੇ ਸੀ, ਇਹ ਟੋਟਲ ਬਿੱਲ 'ਚ ਐਡ ਹੋ ਜਾਂਦੇ ਆ। ਮਤਲਬ ਦੋਹਰੀ ਮਾਰ ਮਾਰੀ ਆ ਇੰਡਸਟਰੀ ਨੂੰ ਇਸ ਸਰਕਾਰ ਨੇ ਔਰ ਇਸ ਸਰਕਾਰ ਦਾ ਕੋਈ ਫੋਕਸ ਨਹੀਂ ਹੈਗਾ। 1 ਜੁਲਾਈ ਤੋਂ ਲੈ ਕੇ 6 ਜੁਲਾਈ ਤੱਕ 10 ਸਰਕੂਲਰ ਕੱਢਤੇ ਔਰ ਵਿਦਆਊਟ ਪ੍ਰਿੰਟਿੰਗ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਜਿਹੜਾ ਉਹ ਸਰਕੂਲਰ ਕੱਢਤਾ ਔਰ ਜੁਰਮਾਨਾ ਇੰਨਾ ਵਧਾਤਾ। ਜਿਹੜਾ ਜੁਰਮਾਨਾ ਪਹਿਲਾਂ 100 ਰੁਪਏ ਪਰ KVA ਸੀਗਾ ਕਿ ਸਾਡੇ ਕੋਲੋਂ ਅਗਰ ਅੱਧਾ ਘੰਟਾ ਫੈਕਟਰੀ ਚੱਲ ਗਈ 100 ਤਾਂ ਸਾਨੂੰ 10,000 ਰੁਪਏ ਜੁਰਮਾਨਾ ਹੋਏਗਾ, ਪਰ ਇਸ ਸਰਕਾਰ ਨੇ ਜੁਰਮਾਨਾ ਵਧਾ ਕੇ 50,000 ਰੁਪਈਆ ਕਰਤਾ। ਮਤਲਬ ਸਰਕਾਰ ਦਾ ਸਿਰਫ ਇੱਕੋ ਹੀ ਮੋਟਿਵ ਆ ਕਿ ਇੰਡਸਟਰੀ ਨੂੰ ਕਿਵੇਂ ਲੁੱਟਿਆ ਜਾਵੇ ਔਰ ਇੰਡਸਟਰੀ ਨੂੰ ਕਿਵੇਂ ਕੁੱਟਿਆ ਜਾਵੇ। ਹੁਣ ਤਾਂ ਇੰਡਸਟਰੀ 'ਚ ਜਾਨ ਹੀ ਨਹੀਂ ਰਹੀ। ਜਿਹੜੀ ਬਿਜਲੀ ਵਾਪਸ ਲੈ ਲਈ ਇਹ ਸਰਕਾਰ ਨੇ ਇੰਡਸਟਰੀ ਦੀ ਜਾਨ ਕੱਢਤੀ। ਕਦੇ ਸੁਣਿਆ ਸੀ 24 ਘੰਟੇ ਦਾ ਕੱਟ, ਚਲੋ 48 ਘੰਟੇ ਦਾ ਕੱਟ, 72 ਘੰਟੇ ਦਾ ਕੱਟ, 96 ਘੰਟੇ ਦਾ ਕੱਟ ਔਰ ਜਿਹੜਾ 5ਵਾਂ ਦਿਨ ਆ ਰਿਹਾ ਵਾ ਉਹ ਐਤਵਾਰ ਆ ਰਿਹਾ ਵਾ। ਮਤਲਬ ਬੜੀ ਪਲੈਨਿੰਗ ਦੇ ਨਾਲ ਬਿਜਲੀ ਬੋਰਡ ਔਰ ਸਰਕਾਰ ਨੇ ਕੀਤਾ ਕਿ ਤਾਂ ਕਿ ਲੋਕਾਂ ਨੂੰ ਜਿਹੜੀ ਸਾਡੇ ਕੋਲ ਬਿਜਲੀ ਤਾਂ ਹੈ ਨਹੀਂ, ਤਾਂ ਕਿ ਕਿਤੇ ਅਸੀਂ ਲੋਕਾਂ ਦੇ ਵਿੱਚ ਮੂਰਖ ਨਾ ਬਣ ਜਾਈਏ ਵੀ ਅਸੀਂ ਤਾਂ ਸੋਮਵਾਰ ਨੂੰ ਤੁਹਾਨੂੰ ਬਿਜਲੀ ਦੇਵਾਂਗੇ। ਸੋਮਵਾਰ ਔਰ ਮੰਗਲਵਾਰ ਬਿਜਲੀ ਦਿੱਤੀ ਹੈ, ਬਾਕੀ ਸਾਰਾ ਹਫਤਾ ਬਿਜਲੀ ਸਾਨੂੰ ਨਹੀਂ ਮਿਲੀ ਹੈਗੀ, ਜਿਹੜੀ ਕਿ ਪੰਜਾਬ ਦੀ ਇੰਡਸਟਰੀ, ਮੈਂ ਇਹ ਗੱਲ ਕਰਦਾ ਕਿ ਅਸੀਂ 19ਵੇਂ ਨੰਬਰ 'ਚ ਹਾਂ ਦੇਸ਼ 'ਚ। ਇਸ ਤਰ੍ਹਾਂ ਲੱਗਦਾ ਕਿ ਪੰਜਾਬ ਸਰਕਾਰ ਨੇ ਐਸੇ ਥੋੜ੍ਹੇ ਜਿਹੇ ਪੀਰੀਅਡ ਦੇ ਵਿੱਚ ਸਾਨੂੰ 28ਵੇਂ ਨੰਬਰ 'ਤੇ ਪਹੁੰਚਾ ਦੇਣਾ। 28ਵੇਂ ਨੰਬਰ ਤੋਂ ਬਾਅਦ ਅਗਲਾ ਨੰਬਰ ਨਹੀਂ ਹੈਗਾ, ਲਾਸਟ ਨੰਬਰ ਇਜ਼ 28। ਇਹ ਸਰਕਾਰ ਨੇ ਜੋ ਹਾਲਾਤ ਕੀਤੇ ਨੇ ਇਹ ਸਾਨੂੰ 28th ਨੰਬਰ ਦੇ ਉੱਤੇ ਪਹੁੰਚਾ ਕੇ ਛੱਡਣਗੇ। ਤੇ ਸਰ ਇੱਕ ਸਵਾਲ ਹੋ ਰਿਹਾ ਕਿ ਅਗਰ ਇੱਕ ਦਿਨ ਵੀ ਇੰਡਸਟਰੀ ਬੰਦ ਰੱਖੀ ਜਾਂਦੀ ਹੈ ਤਾਂ ਕਿੰਨਾ ਕੁ ਨੁਕਸਾਨ ਹੁੰਦਾ ਇੰਡਸਟਰੀ? ਦੇਖੋ, ਲੁਧਿਆਣਾ ਦੇ ਵਿੱਚ ਅਗਰ ਗੱਲ ਕਰੀਏ, ਲੁਧਿਆਣਾ ਜਿੱਥੇ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਜਿਹੜਾ ਸਾਡਾ ਭਾਰਤ ਆ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ, ਜਿੱਥੇ 60,000 ਸਾਈਕਲ ਰੋਜ਼ ਬਣਦਾ। ਤੇ ਜਿਹੜੀ ਛੋਟੀ ਵੱਡੀ ਇੰਡਸਟਰੀ ਆ ਇਹ ਸਾਰੀ ਇੱਕ ਦੂਜੇ ਦੀ ਚੇਨ ਆ। ਛੋਟੀ ਇੰਡਸਟਰੀ ਤੋਂ ਬਗੈਰ ਵੱਡੀ ਇੰਡਸਟਰੀ ਨਹੀਂ ਚੱਲ ਸਕਦੀ, ਵੱਡੀ ਇੰਡਸਟਰੀ ਤੋਂ ਬਗੈਰ ਛੋਟੀ ਇੰਡਸਟਰੀ ਨਹੀਂ ਚੱਲ ਸਕਦੀ। ਅੱਜ ਜਿਹੜਾ ਉਹ ਗਰੋਥ ਬਿਲਕੁਲ ਸਾਈਕਲ ਦੀ ਰੁਕ ਗਈ ਆ। ਜਿਹੜੇ ਛੋਟੇ ਇੰਡਸਟਰੀਅਲਿਸਟ ਸੀਗੇ ਉਹ ਉਹਨਾਂ ਦੀਆਂ ਫੈਕਟਰੀਆਂ ਨਹੀਂ ਚੱਲ ਰਹੀਆਂ, ਵੱਡੇ ਇੰਡਸਟਰੀਅਲਿਸਟ ਭਾਵੇਂ ਜਨਰੇਟਰ 'ਤੇ ਫੈਕਟਰੀ ਚਲਾ ਰਹੇ ਆ, ਪਰ ਅੱਜ ਜਨਰੇਟਰ 'ਤੇ ਜਿਹੜੀ ਫੈਕਟਰੀ ਚਲਾਉਣੀ ਅੱਜ 92 ਰੁਪਏ ਲੀਟਰ ਦਾ ਡੀਜ਼ਲ ਲੈ ਕੇ 28 ਰੁਪਏ ਯੂਨਿਟ ਕੋਸਟ ਕਰਦਾ ਵਾ ਜਨਰੇਟਰ ਦੇ ਉੱਤੇ, ਵਿਚ ਇਜ਼ ਨਾਟ ਪੋਸੀਬਲ। ਕੋਈ ਵੀ ਇੰਡਸਟਰੀਅਲਿਸਟ ਇਸ ਵੇਲੇ ਆਪਣੀ ਜਨਰੇਟਰ 'ਤੇ ਫੈਕਟਰੀ ਨਹੀਂ ਚਲਾ ਰਿਹਾ। ਪੈਟਰੋਲ ਡੀਜ਼ਲ ਦੇ ਰੇਟ ਇੰਨੇ ਵੱਧ ਗਏ ਨੇ। ਦੇਖੋ, ਇਹ ਸਰਕਾਰਾਂ ਨੇ ਮਤਲਬ ਜਿਹੜਾ ਇੱਕ ਤਾਂ ਬਿਜਲੀ ਦੀ ਮਾਰ ਮਾਰੀ, ਦੂਸਰੀ ਸੈਂਟਰ ਸਰਕਾਰ ਔਰ ਸਟੇਟ ਗੌਰਮੈਂਟ ਨੇ ਦੋਨਾਂ ਨੇ ਜਿਹੜੇ ਡੀਜ਼ਲ ਤੇ ਪੈਟਰੋਲ ਦੇ ਰੇਟ, ਰਸੋਈ ਗੈਸ ਦੇ ਇੰਨੇ ਵਧਾ ਦਿੱਤੇ ਆ ਕਿ ਅੱਜ ਹਰ ਵਰਗ ਦੀ ਜਿਹੜੀ ਆ ਨਾ ਉਹ ਹਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ। ਰਸੋਈ ਗੈਸ ਦੀ ਗੱਲ ਕਰੀਏ, ਅੱਜ ਡੀਜ਼ਲ ਔਰ ਪੈਟਰੋਲ 92 ਰੁਪਏ ਲੀਟਰ ਅੱਜ ਡੀਜ਼ਲ ਮਤਲਬ ਪੰਜਾਬ ਦੇ ਵਿੱਚ ਹੋਇਆ ਪਿਆ ਵਾ। ਮੈਂ ਗੱਲ ਕਰਦਾ ਵਾ ਕਿ ਪਤਾ ਨਹੀਂ ਸਰਕਾਰ ਸਿਰਫ ਇਹ ਸੋਚ ਰਹੀ ਹੈ ਵੀ ਮੈਂ ਟੈਕਸ ਇਕੱਠਾ ਕਰਕੇ ਸਿਰਫ ਜਿਹੜਾ ਹੈਗਾ ਜਿੰਨੀ ਦੇਰ ਤੱਕ ਅਸੀਂ ਲੋਕਾਂ ਨੂੰ ਫੈਲੀਸਟੇਟ ਨਹੀਂ ਕਰਾਂਗੇ। ਸਭ ਤੋਂ ਪਹਿਲਾਂ ਮਾਰ ਵੱਜੀ ਸਾਨੂੰ GST ਦੀ, ਡੀਮੋਨੇਟਾਈਜੇਸ਼ਨ ਦੀ। ਕਰੋਨਾ ਦੇ ਵਿੱਚ ਜੋ ਹਾਲ ਇੰਡਸਟਰੀ ਦਾ ਹੋਇਆ ਵਾ, ਅਜੇ ਕਰੋਨਾ ਦੇ ਵਿੱਚ ਉਹ ਉੱਭਰਨ ਲੱਗੇ ਸੀ, ਅਜੇ 4-5 ਦਿਨ
ਬਾਅਦ ਹੀ ਇੰਡਸਟਰੀ ਖੁੱਲ੍ਹੀ ਸੀ ਕਿ ਇਹ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਨੇ ਇੰਡਸਟਰੀ ਨੂੰ ਤਬਾਹ ਕਰਕੇ ਰੱਖ ਦਿੱਤਾ। ਹਾਂਜੀ ਸਰ, ਤੇ ਕੋਰੋਨਾ ਕਾਲ ਦੇ ਵਿੱਚ ਜਿਵੇਂ ਕਿ ਅਸੀਂ ਦੇਖਿਆ ਪਿਛਲੇ ਸਾਲ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਉਸ ਤੋਂ ਲਾਕਡਾਊਨ ਵਗੈਰਾ ਹੋ ਗਿਆ ਸੀਗਾ ਤੇ ਲੇਬਰ ਜੋ ਸੀਗੀ ਆਪਣੇ ਘਰਾਂ ਵੱਲ ਚੱਲ ਪਈ ਸੀਗੀ, ਤੇ ਹੁਣ ਜਿਵੇਂ ਹੀ ਲੇਬਰ ਵਾਪਸ ਆਉਣ ਲੱਗੀ ਹੈ ਤੇ ਉਸ ਤੋਂ ਬਾਅਦ ਇਹ ਬਿਜਲੀ ਦਾ ਸੰਕਟ ਤੇ ਇੰਡਸਟਰੀ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਹੋ ਗਏ ਨੇ। ਸਰਕਾਰ ਨੇ 42 ਕਰੋੜ ਰੁਪਈਆ ਖਰਚ ਕੇ ਜਿਹੜੀ ਲੁਧਿਆਣਾ ਪੰਜਾਬ ਦੇ ਵਿੱਚੋਂ ਜਿਹੜੀ ਲੇਬਰ ਸੀਗੀ ਉਹ ਯੂਪੀ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਦੇ ਵਿੱਚ ਭੇਜਤੀ, ਪਰ ਸਰਕਾਰ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਕਿ ਮੈਂ ਉਹ ਦੁਬਾਰਾ ਲੇਬਰ ਨੂੰ ਪੰਜਾਬ ਦੇ ਵਿੱਚ ਵਾਪਸ ਲੈ ਆਵਾਂ ਉਹਨੇ ਪੈਸੇ ਖਰਚ ਕੇ। ਅੱਜ ਉਹ ਪੈਸੇ ਇੰਡਸਟਰੀਲਿਸਟ ਖਰਚ ਰਿਹਾ ਵਾ, ਉੱਥੇ ਬੱਸਾਂ ਭੇਜ ਰਿਹਾ ਵਾ, ਕਿਉਂਕਿ ਲੇਬਰ ਕਹਿੰਦੀ ਹੈ ਸਾਨੂੰ ਇੱਥੋਂ ਵਹੀਕਲ ਨਹੀਂ ਮਿਲਦਾ ਤੇ ਇੱਥੋਂ ਬੱਸਾਂ ਭੇਜਦੇ ਆ, ਉੱਥੋਂ ਲੇਬਰ ਮੰਗਾਈ ਜਾ ਰਹੀ ਹੈ। ਪਰ ਲੇਬਰ ਮੰਗਾਉਣ ਦਾ ਹੁਣ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਬਿਜਲੀ ਦੇ ਕੱਟ ਇੰਨੇ ਲੱਗ ਰਹੇ ਆ, ਲੇਬਰ ਤਾਂ ਵਿਹਲੀ ਬੈਠੀ ਹੈ ਜਿਹੜੀ ਇਸ ਵੇਲੇ। ਤੇ ਜਿਹੜੇ ਲੁਧਿਆਣੇ ਦੇ ਵਿੱਚ 18 ਲੱਖ ਮਜ਼ਦੂਰ ਨੇ, ਉਹ ਇਸ ਤਰ੍ਹਾਂ ਲੱਗਦਾ ਜੇ ਸਰਕਾਰ ਨੇ ਇਸ ਬਿਜਲੀ ਦੇ ਸੰਕਟ ਨੂੰ ਨਾ ਸੰਭਾਲਿਆ, ਜਿਹੜਾ ਇੰਡਸਟਰੀਅਲ ਬਲੈਕ ਆਊਟ ਹੈ ਇਹਨੂੰ ਨਾ ਸੰਭਾਲਿਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਲੁਧਿਆਣੇ ਦਾ 18 ਲੱਖ ਮਜ਼ਦੂਰ ਆ ਉਹ ਸੜਕਾਂ 'ਤੇ ਆਊਗਾ। ਕਿਉਂਕਿ ਅੱਜ ਮਜ਼ਦੂਰ ਕੰਮ ਨਹੀਂ ਕਰ ਰਹੇ, ਉਹਨੂੰ ਪੈਸੇ ਕਿੱਥੋਂ ਦੇਊਗੀ ਇੰਡਸਟਰੀ? ਜਦ ਇੰਡਸਟਰੀ ਨਹੀਂ ਚੱਲੀ ਤਾਂ ਪੈਸੇ ਦੇਣੇ ਬਹੁਤ ਮੁਸ਼ਕਿਲ ਆ। ਪਰ ਸਰਕਾਰ ਨੇ ਤਾਂ ਉੱਕਾ ਨਹੀਂ ਜਾਣਿਆ ਹੈਗਾ। ਇਸ ਵੇਲੇ ਜਿੱਥੇ ਸਾਡੇ ਮੁੱਖ ਮੰਤਰੀ ਜੀ ਮਤਲਬ ਆਪਣੇ ਦਫ਼ਤਰ 'ਚ ਹੀ ਨਹੀਂ ਬਹਿੰਦੇ, ਉੱਥੇ ਸਾਡਾ ਜਿਹੜਾ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਆ ਉਹ ਸਿਰਫ ਹਫ਼ਤੇ 'ਚ ਇੱਕ ਦਿਨ ਆਫਿਸ ਬਹਿੰਦੇ ਆ। ਪ੍ਰੋਜੈਕਟ ਆ ਜਿਹੜੀ ਕਿ ਐਸੈਂਸ਼ੀਅਲ ਸਰਵਿਸ ਆ, ਜਿਹੜੀ ਕਿ ਵਚਨਬੱਧ ਆ ਲੋਕਾਂ ਨੂੰ ਦੇਣ ਦੇ ਵਿੱਚ, ਅੱਜ ਦਿਨ ਦੇ ਵਿੱਚ 4-4 ਘੰਟੇ ਦਾ ਕੱਟ ਲੱਗ ਰਿਹਾ। ਇੱਕ ਪਾਸੇ ਕਹਿ ਰਹੇ ਅਸੀਂ ਕਿਸਾਨੀ ਨੂੰ ਬਿਜਲੀ ਦੇ ਰਹੇ ਹਾਂ, ਤੁਸੀਂ ਜਾ ਕੇ ਕਿਸਾਨਾਂ ਨੂੰ ਪੁੱਛੋ, ਕਿਸਾਨੀ ਨੂੰ ਵੀ ਬਿਜਲੀ ਪੂਰੀ 8 ਘੰਟੇ ਨਹੀਂ ਮਿਲ ਰਹੀ, 3 ਘੰਟੇ 2 ਘੰਟੇ ਬਿਜਲੀ ਮਿਲ ਰਹੀ ਆ। ਖੇਤ ਸੁੱਕ ਰਹੇ ਨੇ, ਇਸ ਵੇਲੇ ਸਾਡੀ ਜਿਹੜੀ ਫਸਲ ਆ ਉਹਨੂੰ ਪਾਣੀ ਦੀ ਲੋੜ ਸੀਗੀ, ਪਰ ਇਹ ਸਰਕਾਰ ਅਸਮਰਥ ਆ ਬਿਲਕੁਲ। ਇੰਡਸਟਰੀ ਨੂੰ ਯੂਜੂਈ ਚਾਰਜਸ ਪਾਏ ਜਾ ਰਹੇ ਆ। ਅਗਰ ਕੋਈ ਛੋਟਾ ਕਨੈਕਸ਼ਨ 19 ਕਿਲੋਵਾਟ ਦਾ ਅਗਰ ਉਹਦੇ ਕੋਲੋਂ 20 ਕਿਲੋਵਾਟ ਚੱਲ ਗਿਆ ਤਾਂ ਪਹਿਲਾਂ ਸਰਕਾਰ ਦਾ ਇੱਕ ਪ੍ਰਾਵਧਾਨ ਸੀਗਾ ਕਿ 750 ਰੁਪਏ KVA ਲੈ ਕੇ ਉਹਦਾ ਰੈਗੂਲਾਈਜ਼ ਕਰ ਦਿੱਤਾ ਜਾਂਦਾ ਸੀ, ਪਰ ਇਸ ਸਰਕਾਰ ਨੇ ਹੁਣ ਨਵਾਂ ਫਰਮਾਨ ਜਾਰੀ ਕਰਕੇ 1 ਸਾਲ ਦਾ ਬਿੱਲ ਉਹਦੇ ਉੱਤੇ ਪੈਨਲਟੀ ਲਗਾਤੀ। ਇਹ ਕਿੱਧਰੋਂ ਦੀ ਜਿਹੜੀ ਇੰਡਸਟਰੀ ਨੂੰ ਗਰੋ ਕਰਨ ਦੀ ਜਾਂ ਇੰਡਸਟਰੀ ਨੂੰ ਫੈਲੀਸਟੇਟ ਕਰਨ ਦਾ ਇਹ ਕਿੱਧਰੋਂ ਲਾਭ ਆ? ਇਹ ਸਰਕਾਰ ਵੈਸੇ ਵੀ ਧੋਖੇ ਨਾਲ ਬਣ ਕੇ ਆਈ ਸੀ ਤੇ ਜਿੰਨੇ ਧੋਖੇ ਇਸਨੇ ਸਰਕਾਰ ਨੇ ਲੋਕਾਂ ਨਾਲ ਕੀਤੇ ਆ ਬਿਜਲੀ ਦਾ ਸੰਕਟ ਜਿਹੜਾ ਵਾ ਇਹ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਖੜਾ ਕੀਤਾ, ਇਹਨਾਂ ਨੇ ਪ੍ਰਬੰਧ ਹੀ ਨਹੀਂ ਕੀਤੇ। ਦੂਜੇ ਸੂਬਿਆਂ ਤੋਂ ਬਿਜਲੀ ਲਈ ਨਹੀਂ ਬਲਕਿ ਦੂਜੇ ਸੂਬਿਆਂ ਨੂੰ ਬਿਜਲੀ ਵੇਚਤੀ ਇਸ ਟਾਈਮ ਦੇ ਵਿੱਚ, ਕਿਉਂਕਿ ਇਸ ਟਾਈਮ ਰੇਟ ਸਭ ਤੋਂ ਵੱਧ ਮਿਲਦਾ। ਆਪਣੇ ਥਰਮਲ ਪਲਾਂਟ ਬੰਦ ਕਰਤੇ। ਇਹਨਾਂ ਨੂੰ ਆਸ ਸੀ ਕਿ ਬਾਰਿਸ਼ ਹੀ ਇੰਨੀ ਹੋ ਜਾਣੀ ਹੈ, ਸਾਨੂੰ ਬਿਜਲੀ ਦੀ ਦੇਣ ਦੀ ਲੋੜ ਹੀ ਨਹੀਂ ਪੈਣੀ ਹੈਗੀ, ਜਿਹਦਾ ਉਸ ਪਰਮਾਤਮਾ ਨੇ ਵੀ ਇਹ ਸੋਚਿਆ ਕਿ ਨਹੀਂ, ਇਹਨਾਂ ਦੀ ਨੀਤ ਬਦਨੀਤ ਆ, ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਇਸ ਕਰਕੇ ਇਹਨਾਂ ਨੂੰ ਬਿਜਲੀ ਦੂਜੀਆਂ ਸਟੇਟਾਂ ਨੇ ਵੀ ਨਹੀਂ ਦਿੱਤੀ। ਇਸ ਵੇਲੇ ਪੰਜਾਬ ਦੀ ਜਿਹੜੀ ਡਿਮਾਂਡ ਆ ਉਹ ਸਿਰਫ ਜਨਰੇਸ਼ਨ 5572 ਜਿਹੜੀ ਮੈਗਾਵਾਟ ਯੂਨਿਟਸ ਆ, ਜਦ ਕਿ ਸਾਡੀ ਡਿਮਾਂਡ ਤਾਂ ਇਸ ਵੇਲੇ 12000 ਤੋਂ 14000 ਬਣੀ ਹੋਈ ਹੈ। ਕਿਵੇਂ ਇਹ ਗੈਪ ਨੂੰ ਕੀਤਾ ਜਾਊਗਾ? ਤੇ ਇਹਨਾਂ ਨੇ ਇੱਕੋ ਹੀ ਚੀਜ਼ ਸੋਚਿਆ ਕਿ ਇੰਡਸਟਰੀ ਬੰਦ ਕਰ ਦਿਓ। ਇੰਡਸਟਰੀ ਬੰਦ ਕਰਨ ਦਾ ਕੋਈ ਹੱਲ ਨਹੀਂ ਸੀਗਾ। ਇਹ ਤਾਂ ਕੋਈ ਹੱਲ ਨਹੀਂ ਹੈ ਕਿ ਇੰਡਸਟਰੀ ਹੁਣ ਜੀ ਦੇਖੋ ਹਫਤੇ ਦੇ ਵਿੱਚ 5 ਦਿਨ ਐਤਵਾਰ ਨੂੰ ਵੀ ਮਿਲਾ ਕੇ 5 ਦਿਨ ਇੰਡਸਟਰੀ ਬੰਦ ਰਹੂਗੀ ਤਾਂ ਜੋ ਐਕਸਪੋਰਟ ਹੈ ਉਹ 'ਤੇ ਕਿੰਨਾ ਅਸਰ ਪਏਗਾ? ਜਿਹੜੀ ਐਕਸਪੋਰਟ ਆ, ਐਕਸਪੋਰਟ ਦੇ ਆਰਡਰ ਹਮੇਸ਼ਾ ਜਿਹੜੇ ਟਾਈਮ ਬਾਉਂਡ ਹੁੰਦੇ ਆ। ਮੈਂ ਗੱਲ ਕਰਦਾ ਥੋੜ੍ਹੇ ਦਿਨ ਪਹਿਲਾਂ ਮੈਨੂੰ ਜਿਹੜੇ ਸਾਡੇ ਲੁਧਿਆਣੇ ਦੀ ਵਨ ਆਫ ਦੀ ਫੇਮਸ ਬ੍ਰਾਂਡ ਆ ਜਿਹੜਾ ਕਿ ਗਾਰਮੈਂਟਸ ਇੰਡਸਟਰੀ ਦਾ, ਮੈਡਮ ਮ੍ਰਿਦੁਲਾ ਜੈਨ ਦਾ ਫੋਨ ਆਇਆ ਕਿ ਅਸੀਂ ਜਿਹੜਾ ਮਟੀਰੀਅਲ ਜੇਕਰ ਟਾਈਮਲੀ ਨਾ ਸਪਲਾਈ ਕੀਤਾ ਤਾਂ ਸਾਨੂੰ ਬਾਏ 에ਅਰ ਕਾਰਗੋ ਦੇ ਉੱਤੇ ਮਾਲ ਭੇਜਣਾ ਪੈਣਾ ਔਰ ਉਹਦੀ ਜਿਹੜੀ ਕਾਸਟ ਆ ਫਰੇਟ ਦੀ 10 ਟਾਈਮਸ ਜ਼ਿਆਦਾ ਵਾ ਤੇ ਸਾਨੂੰ ਤਾਂ ਮਾਰਜਿਨ ਹੀ ਨਹੀਂ ਹੋਣਾ। ਪਰ ਇਹ ਸਰਕਾਰ ਨੇ ਐਕਸਪੋਰਟਰਸ ਨੂੰ ਵੀ ਕੋਈ ਰਿਲੀਫ ਨਹੀਂ ਦਿੱਤਾ ਬਲਕਿ ਪੋਲੀਟੀਸਾਈਜ਼ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਟੈਕਸਟਾਈਲ ਇੰਡਸਟਰੀ, ਗਾਰਮੈਂਟ ਇੰਡਸਟਰੀ ਨੂੰ ਅਲਾਓ ਕਰਤਾ। ਅਸੀਂ ਉਹਦਾ ਜਿੱਥੇ ਵਿਰੋਧ ਕੀਤਾ ਅਸੀਂ ਸਵਾਗਤ ਵੀ ਕੀਤਾ, ਪਰ ਅਸੀਂ ਇਹ ਗੱਲ ਕਹੀ ਕਿ ਜਿਹੜਾ ਪੰਜਾਬ ਆ, ਜਿਹੜਾ ਅੰਮ੍ਰਿਤਸਰ ਸਾਹਿਬ ਆ, ਉਹ ਪੰਜਾਬ ਦਾ ਹੀ ਹਿੱਸਾ, ਉਹ ਪਾਕਿਸਤਾਨ ਦਾ ਹਿੱਸਾ ਨਹੀਂ। ਇਸ ਕਰਕੇ ਲੁਧਿਆਣਾ ਦੇ ਵਿੱਚ ਵੀ ਟੈਕਸਟਾਈਲ ਤੇ ਗਾਰਮੈਂਟ ਇੰਡਸਟਰੀ ਬਹੁਤ ਆ, ਲੁਧਿਆਣੇ ਨੂੰ ਵੀ ਇਹ ਰਿਲੀਫ ਮਿਲਣਾ ਚਾਹੀਦਾ ਵਾ। ਸੋ ਇਹ ਗੱਲ ਕਰਦੇ ਆ ਕਿ ਸਰਕਾਰ ਪਿਕ ਐਂਡ ਚੂਜ਼ ਕਰ ਰਹੀ ਹੈ। ਸਾਨੂੰ ਤਾਂ ਇਸ ਤਰ੍ਹਾਂ ਦਾ ਡਰ ਖਦਸ਼ਾ ਜਿਹੜਾ ਲੱਗ ਰਿਹਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿਤੇ ਇਹ ਨਾ ਕਹਿ ਦੇਵੇ ਕਿ ਕਾਂਗਰਸੀਆਂ ਨੂੰ ਬਿਜਲੀ ਦਿੱਤੀ ਜਾਊਗੀ, ਜਿਹੜੇ ਅਕਾਲੀ ਜਾਂ ਦੂਜੀਆਂ ਪਾਰਟੀ ਦੇ ਉਹਨਾਂ ਨੂੰ ਬਿਜਲੀ ਨਹੀਂ ਦਿੱਤੀ ਜਾਊ, ਜਿਹੜਾ ਕਿ ਇੱਕ ਬਹੁਤ ਵੱਡਾ ਨਮੋਸ਼ੀ ਸਾਹਮਣੇ ਆ ਰਹੀ ਹੈ। ਇਸ ਵੇਲੇ ਜਿਹੜੀ ਬਿਜਲੀ ਕਰਕੇ ਪੰਜਾਬ ਦੀ ਜਿਹੜੀ ਤਰੱਕੀ ਆ, ਗਰੋਥ ਆ, ਉਹ ਰੁਕੀ ਪਈ ਆ ਔਰ ਪੰਜਾਬ ਇਸ ਵਾਰ ਦਾ ਜਿਹੜਾ ਬਿਜਲੀ ਦਾ ਸੰਕਟ ਕਰਕੇ ਘੱਟੋ ਘੱਟ 20 ਸਾਲ ਪਿੱਛੇ ਚਲਿਆ ਗਿਆ। ਤੇ
ਤੇ ਇਸ ਦਾ ਫਿਰ ਜੋ ਦੇਸ਼ ਦੀ ਇੱਕ ਗਰੋਥ ਹੈ GDP ਹੈ ਉਸ ਤੇ ਵੀ ਬਹੁਤ ਮਾੜਾ ਅਸਰ ਪਏਗਾ। GDP ਦੇ ਉੱਤੇ ਜਿੱਥੇ ਅਸਰ ਹੋਏਗਾ ਉੱਥੇ ਸਟੇਟ ਦੀ ਜਿਹੜੀ ਇਕਨੋਮੀ ਆ ਉਹਦੇ ਉੱਤੇ ਬਹੁਤ ਮੇਜਰ ਅਸਰ ਹੋਏਗਾ। ਜਿਹੜੇ ਦੂਜੇ ਸੂਬੇ ਆ ਜਿੱਥੇ ਅੱਜ ਬਿਜਲੀ ਤੇ ਇਨਫਰਾਸਟ੍ਰਕਚਰ ਹੈਗਾ ਵਾ ਉਹ ਸੂਬੇ ਅੱਗੇ ਨਿਕਲ ਜਾਣਗੇ। ਪੰਜਾਬ ਸਰਕਾਰ ਨੇ ਤਾਂ ਸਾਰੇ ਟੈਕਸਿਸ ਵੀ ਬਿਜਲੀ ਦੇ ਬਿੱਲ ਦੇ ਉੱਤੇ ਲਾਤੇ, ਕਾਓ ਸੈਸ, ਐਕਸਾਈਜ਼ ਡਿਊਟੀ, ਇਨਫਰਾਸਟ੍ਰਕਚਰ ਡਿਵੈਲਪਮੈਂਟ ਟੈਕਸ, ਇਹ ਸਾਰੇ ਟੈਕਸ ਸਰਕਾਰ ਨੇ ਆਕਟਰਾਏ ਸਾਰੇ ਟੈਕਸ ਬਿਜਲੀ ਦੇ ਬਿੱਲ ਦੇ ਲਾਤੇ ਤਾਂ ਕਿ ਜਦੋਂ ਇੱਕ ਕੰਜ਼ਿਊਮਰ ਨੂੰ ਬਿਜਲੀ ਦਾ ਬਿੱਲ ਜਾਂਦਾ ਉਹ ਪੇ ਕਰ ਦਿੰਦਾ ਵਾ। ਜੇ ਬਿਜਲੀ ਦਾ ਬਿੱਲ ਉਹ ਨਹੀਂ ਪੇ ਕਰਦਾ ਤਾਂ ਉਹਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ, ਜਿਹਦੇ ਨਾਲ ਉਹ ਜਦੋਂ ਕਿਸੇ ਦਾ ਕਨੈਕਸ਼ਨ ਕੱਟਿਆ ਜਾਵੇ ਤਾਂ ਉਹਦੀ ਸਾਰੀ ਡਿਪੈਂਡੈਂਸੀ ਬਿਜਲੀ ਦੇ ਉੱਤੇ ਆ। ਤੇ ਸਰਕਾਰ ਨੇ ਤਾਂ ਇਹ ਸੋਚਿਆ, ਸਾਨੂੰ ਤਾਂ ਆਉਣ ਵਾਲੇ ਸਮੇਂ 'ਚ ਇਉਂ ਲੱਗਦਾ ਕਿ ਬਿਜਲੀ ਦਾ ਰੇਟ ਭਾਵੇਂ 5 ਰੁਪਏ, ਇਹਦੇ ਉੱਤੇ 2.5 ਰੁਪਏ 3 ਰੁਪਏ ਟੈਕਸਿਸ ਆ, ਤੇ ਆਉਣ ਵਾਲਾ ਸਮੇਂ ਬਿਜਲੀ ਦਾ ਬਿੱਲ ਜਿਹੜਾ ਹੈਗਾ ਵਾ ਉਹਦੇ ਉੱਤੇ ਸਰਕਾਰ ਕਿਤੇ 10 ਰੁਪਏ ਟੈਕਸ ਨਾ ਲਾ ਦੇਵੇ, ਜੋ ਸਰਕਾਰ ਦੇ ਹਾਲਾਤ ਨੇ। ਲੇਕਿਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਬਿਜਲੀ ਦੇਣ ਦੇ ਵਿੱਚ। ਤੁਸੀਂ ਦੇਖੋ ਤਾਂ ਸਹੀ, ਰਾਤ ਨੂੰ 2-2 3-3 ਕੱਟ ਲੱਗ ਰਹੇ ਆ। ਬਾਕੀ ਐਤਵਾਰ ਨੂੰ ਜਿਹੜਾ ਕੱਟ ਮੇਨਟੇਨੈਂਸ ਦਾ ਨਾਮ ਜਾਂ ਬ੍ਰੇਕਡਾਊਨ ਦਾ ਨਾਮ ਲਾ ਕੇ ਕੱਟ ਲਗਾਇਆ ਜਾ ਰਿਹਾ ਵਾ, ਜਿਹੜਾ ਕਿ ਲੋਕਾਂ ਦੇ ਵਿੱਚ ਬਿਲਕੁਲ ਵੀ ਇਸ ਵੇਲੇ ਬਰਦਾਸ਼ਤ ਕਰਨ ਤੋਂ ਬਾਹਰ ਆ। ਅਸੀਂ ਤਾਂ ਮੁੱਖ ਮੰਤਰੀ ਜੀ ਨੂੰ ਇੱਕੋ ਹੀ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਉੱਤੇ ਬਹੁਤ ਆਸਾਂ ਕਰਕੇ ਤੁਹਾਨੂੰ ਜਿਤਾ ਕੇ ਇਸ ਪੰਜਾਬ ਦੀ ਵਾਗਡੋਰ ਦਿੱਤੀ ਸੀ, ਤੁਸੀਂ ਪੰਜਾਬ ਨੂੰ ਬਿਜਲੀ ਦਿਓ। ਪਿਛਲੀ ਸਰਕਾਰ ਦੇ ਵਿੱਚ ਗੱਲ ਕਰੀਏ, ਸਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਸਰਪਲਸ ਸਟੇਟ ਬਣਾਇਆ ਸੀ। ਸਰਪਲਸ ਸਟੇਟ ਬਣਾ ਕੇ ਪਿਛਲੇ 10 ਸਾਲ ਸਾਨੂੰ ਬਿਜਲੀ ਬਾਰੇ ਸੋਚਣ ਦੀ ਲੋੜ ਨਹੀਂ ਪਈ ਸੀਗੀ, ਕਿਉਂਕਿ ਹਰ ਸਾਲ ਜਿੰਨੀ ਡਿਮਾਂਡ ਵੱਧਦੀ ਸੀ, ਸਰ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ, ਉਹਨਾਂ ਨੇ ਉਸ ਹਿਸਾਬ ਦੇ ਨਾਲ ਪਲੈਨਿੰਗ ਕੀਤੀ, ਪਲੈਨਿੰਗ ਕਰਕੇ ਜਨਰੇਸ਼ਨ ਵੀ ਕੀਤੀ। ਅਗਰ ਹਰ ਸਾਲ 3000 ਮੈਗਾਵਾਟ ਬਿਜਲੀ ਦੀ ਲੋੜ ਪੈਂਦੀ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਬਿਜਲੀ ਦੇ ਟਰਾਂਸਫਾਰਮਰ, ਬਿਜਲੀ ਦੀਆਂ ਲਾਈਨਸ ਉਹਨਾਂ ਨੂੰ ਸਟਰੋਂਗ ਕੀਤਾ, ਤਾਂ ਕਿ ਬਿਜਲੀ ਤਾਂ ਪੰਜਾਬ ਕੋਲ ਜਨਰੇਸ਼ਨ ਤਾਂ ਲੈ ਸਕਦਾ ਵਾ। ਜੇ ਸਾਡਾ ਇਨਫਰਾਸਟ੍ਰਕਚਰ ਹੀ ਨਾ ਹੋਇਆ ਤਾਂ ਅਸੀਂ ਉਹ ਬਿਜਲੀ ਨੂੰ ਯੂਜ਼ ਕਿਵੇਂ ਕਰ ਪਾਵਾਂਗੇ। ਅੱਜ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ। ਸਰਕਾਰ ਨੂੰ ਕੀ ਹੱਲ ਕਰਨਾ ਚਾਹੀਦਾ ਇਸ ਬਿਜਲੀ ਦੇ ਸੰਕਟ ਤੋਂ ਉਭਰਨ ਦੇ ਲਈ? ਦੇਖੋ, ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਸੋਲਰ ਐਨਰਜੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ। ਇਹ ਗਰਮੀਆਂ ਦੇ ਪੀਕ ਦੇ ਦਿਨ ਹੁੰਦੇ ਆ, ਗਰਮੀਆਂ ਦੇ ਵਿੱਚ ਹੀ ਤੁਸੀਂ ਇਹਦਾ ਮੈਕਸਿਮਮ ਯੂਟਿਲਾਈਜੇਸ਼ਨ ਲੈ ਸਕਦੇ ਹੋ। ਸੈਕੰਡ, ਜਿਹੜੀ ਬਿਜਲੀ ਆ ਉਹਦੇ ਐਗਰੀਮੈਂਟ ਕਰਕੇ ਬਿਜਲੀ ਨੂੰ ਟਾਈਮਲੀ ਜਿਹੜਾ ਉਸ ਮੰਥ ਦੇ ਵਿੱਚ, ਜਿਸ ਮੰਥ ਦੇ ਵਿੱਚ ਪੀਕ ਆਉਣੀ ਆ ਉਸ ਦੇ ਵਿੱਚ ਪਰਚੇਜ਼ ਕਰਕੇ ਰੱਖਣਾ ਚਾਹੀਦਾ। ਜਿਹੜਾ ਪਾਵਰ ਬੈਂਕ ਆ ਉਹਦੇ ਵਿੱਚੋਂ ਬਿਜਲੀ ਪਰਚੇਜ਼ ਕਰਕੇ ਰੱਖਣੀ ਚਾਹੀਦੀ ਸੀ। ਅੱਜ ਇਹ ਨੈਸ਼ਨਲ ਗ੍ਰਿਡ ਤੋਂ ਬਿਜਲੀ ਨਹੀਂ ਡਰਾ ਕਰ ਸਕਦੇ ਕਿਉਂਕਿ ਇਹਨਾਂ ਨੇ ਐਗਰੀਮੈਂਟ ਨਹੀਂ ਕੀਤਾ, ਬਲਕਿ ਬਿਜਲੀ ਵੇਚਤੀ ਹੈ ਇਹਨਾਂ ਨੇ, ਤੇ ਜਿਹਦਾ ਖਮਿਆਜਾ ਪੰਜਾਬ ਭੁਗਤ ਰਿਹਾ ਵਾ। ਅੱਜ ਪੰਜਾਬ ਦੇ ਲੋਕ ਭੁਗਤ ਰਹੇ ਆ। ਚਲੋ ਲੋਕ ਤਾਂ ਕੀ ਭੁਗਤ ਰਹੇ, ਪੰਜਾਬ ਦੀ ਇੰਡਸਟਰੀ ਭੁਗਤ ਰਹੀ ਆ। ਅੱਜ ਇੰਡਸਟਰੀਅਲਿਸਟ ਕੁਰਲਾ ਰਿਹਾ ਵਾ ਕਿ ਬਿਜਲੀ ਤੋਂ ਮੇਰੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਅੱਜ ਲੇਬਰ ਵੀ ਆ, ਇਨਫਰਾਸਟ੍ਰਕਚਰ ਵੀ ਆ, ਪਰ ਇੱਕ ਸਰਕਾਰ ਵੱਲੋਂ ਨਾਦਰਸ਼ਾਹੀ ਫਰਮਾਨ ਕਿ ਅਗਰ ਤੁਸੀਂ ਫੈਕਟਰੀ ਚਲਾਈ ਤਾਂ 500 ਰੁਪਏ KVA ਤੁਹਾਨੂੰ ਜੁਰਮਾਨਾ ਲਗਾਇਆ ਜਾਊਗਾ, ਜਿਹੜਾ ਕਿ ਇੱਕ ਬਹੁਤ ਵੱਡਾ। ਅਸੀਂ ਤਾਂ ਆਪਣੀ ਸਿਕਿਉਰਿਟੀ ਦੇ ਕੇ, ਐਡਵਾਂਸ ਕੰਜ਼ੰਪਸ਼ਨ ਡਿਪੋਜ਼ਿਟ ਦੇ ਕੇ, ਪੈਸਾ ਦੇ ਕੇ ਸਰਕਾਰ ਤੋਂ ਬਿਜਲੀ ਲੈ ਰਹੇ ਹਾਂ। ਸਾਡੇ ਕੋਲੋਂ ਬਿਜਲੀ ਦੇ ਬਿੱਲ ਐਡਵਾਂਸ ਲਿਆ ਹੋਇਆ ਸਰਕਾਰ ਨੇ, ਪਰ ਅੱਜ ਸਰਕਾਰ ਸਾਨੂੰ ਬਿਜਲੀ ਨਹੀਂ ਦੇ ਰਹੀ, ਉੱਪਰ ਦੀ ਸਾਨੂੰ ਫਿਕਸ ਚਾਰजेस ਪੈ ਰਹੇ ਆ। ਔਰ ਜਿੰਨੇ ਵਾਅਦੇ ਇਸ ਸਰਕਾਰ ਨੇ ਕੀਤੇ ਆ, ਕੋਵਿਡ ਦੇ ਟਾਈਮ ਦੇ ਵਿੱਚ ਕੀਤਾ ਕਿ ਤੁਸੀਂ ਆਪਣਾ ਟਾਈਮਲੀ ਬਿੱਲ ਪੇ ਕਰੋ, 1% ਡਿਸਕਾਊਂਟ ਆ, ਬਿਲਕੁਲ ਨਹੀਂ ਦਿੱਤਾ ਇੰਡਸਟਰੀ ਨੂੰ। ਹੁਣ ਜਿਵੇਂ ਕਹਿ ਰਹੇ ਨੇ ਕਿ ਸਰਕਾਰ ਬਿਜਲੀ ਫ੍ਰੀ ਕਰਾਂਗੇ ਅਸੀਂ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਗੱਲ ਕਰਦਾ ਕਿ ਜਿਹੜੀ ਸਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 200 ਯੂਨਿਟ ਮੈਂ ਬਿਜਲੀ ਫ੍ਰੀ ਦਊਂਗਾ, ਉਹ ਫ੍ਰੀ ਦਊਂਗਾ ਨਹੀਂ, ਉਹਨਾਂ ਨੇ ਫ੍ਰੀ ਦਿੱਤੀ ਆ। ਫ੍ਰੀ ਦੇਣ ਦੇ ਬਾਵਜੂਦ ਉਹਨਾਂ ਨੇ ਪੰਜਾਬ ਦੀ ਇੰਡਸਟਰੀ ਨੂੰ ਪੂਰੀ ਬਿਜਲੀ ਦਿੱਤੀ, ਪਰ ਇਹ ਸਰਕਾਰ ਨੇ ਤਾਂ ਬਿਜਲੀ ਫ੍ਰੀ ਤਾਂ ਕੀ ਦੇਣੀ ਸੀਗੀ, ਪੈਸਿਆਂ ਦੀ ਬਿਜਲੀ ਵੀ ਨਹੀਂ ਦਿੱਤੀ ਹੈਗੀ, ਬਲਕਿ ਛੋਟੇ ਯੂਨਿਟਾਂ ਨੂੰ, ਜਿਹੜੇ MSME ਸੈਕਟਰ ਆ, ਉਹਨਾਂ ਨੂੰ 1-1 ਸਾਲ ਦੇ ਬਿੱਲ ਪਾਤੇ, ਪਾਵਰ ਫੈਕਟਰ ਦਾ ਇੰਨਾ ਜ਼ਿਆਦਾ ਜੁਰਮਾਨਾ ਪਾਤਾ। ਇਸ ਸਰਕਾਰ ਨੇ ਤਾਂ ਛੋਟੀ ਇੰਡਸਟਰੀ ਨੂੰ ਤੇ ਵੱਡੀ ਇੰਡਸਟਰੀ ਨੂੰ, ਹਰ ਇੰਡਸਟਰੀ ਨੂੰ ਇੰਨਾ ਕੁੱਟਿਆ ਔਰ ਲੁੱਟਿਆ, ਕਿਸੇ ਸਰਕਾਰ ਨੇ ਅੱਜ ਤੱਕ ਪਹਿਲਾਂ ਇਸ ਤਰ੍ਹਾਂ ਨਹੀਂ ਕੀਤਾ ਹੈਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਤੁਸੀਂ ਹੁਣ ਸੁਣ ਰਹੇ ਸੀ ਸਰਦਾਰ ਗੁਰਮੀਤ ਸਿੰਘ ਜੀ ਨੂੰ। ਉਹਨਾਂ ਨੇ ਦੱਸਿਆ ਕਿ ਬਿਜਲੀ ਦੇ ਸੰਕਟ ਨੇ ਜੋ ਕਿ ਇੰਡਸਟਰੀ ਨੂੰ ਐਸੀ ਮਾਰ ਪਾਈ ਹੈ ਕਿ ਬਹੁਤ ਜ਼ਿਆਦਾ ਜੋ ਨੁਕਸਾਨ ਝੇਲ ਰਹੀ ਹੈ ਇੰਡਸਟਰੀ, ਉਸ ਦੇ ਕਰਕੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨਾਕਾਮ ਰਹੀ ਹੈ ਲੋਕਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਵਿੱਚ ਤੇ ਇੰਡਸਟਰੀ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ, ਤੇ ਇਸ ਦੇ ਲਈ ਸਰਕਾਰ ਨੂੰ ਸਖਤ ਕਦਮ ਪੁੱਟਣੇ ਚਾਹੀਦੇ ਹਨ। ਕੈਮਰਾਮੈਨ ਮਨੀਸ਼ ਦੇ ਨਾਲ ਪਰਮਜੀਤ ਕੌਰ, ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ।